ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅੱਜ ਅਸੀਂ ਪਹੁੰਚੇ ਹੋਏ ਹਾਂ ਯੋਰਕ ਬਿਜ਼ਨਸ ਸੈਂਟਰ, ਕਿਉਂਕਿ ਇੱਕ ਕੈਨੇਡਾ ਦੇ ਵੱਲੋਂ ਨਵੀਂ ਖਬਰ ਆਈ ਹੈ। ਬੈਂਕ ਆਫ ਕੈਨੇਡਾ ਨੇ ਕਿਹਾ ਕਿ ਅਸੀਂ ਜਿਹੜੀਆਂ ਨੇ ਵਿਆਜ ਦਰਾਂ, ਇੰਟਰਸਟ ਰੇਟ 0.5% ਉੱਪਰ ਕਰ ਰਹੇ ਹਾਂ, ਯਾਨੀ ਕਿ 1.5%। ਤੁਹਾਨੂੰ ਪਤਾ ਹੋਣਾ ਕਿ ਪੂਰੀ ਮਹਾਮਾਰੀ ਦੇ ਦੌਰਾਨ ਜਦੋਂ ਅਸੀਂ ਦੇਖਦੇ ਹਾਂ ਕਿ ਕੋਵਿਡ-19 ਮਹਾਮਾਰੀ ਸੀ ਤਾਂ ਬੈਂਕ ਦੀਆਂ ਦਰਾਂ ਜਿਹੜੀਆਂ 0.25 ਤੇ ਫਿਕਸ ਰਹੀਆਂ, ਉੱਥੇ ਹੀ ਰਹੀਆਂ। ਉਸ ਤੋਂ ਬਾਅਦ ਹੁਣ ਮਹਿੰਗਾਈ ਵੱਧ ਰਹੀ ਹੈ, ਇਨਫਲੇਸ਼ਨ ਦੇ ਨਾਲ ਅਫੋਰਡੇਬਿਲਿਟੀ ਦੀ ਸਮੱਸਿਆ ਆ ਰਹੀ ਹੈ। ਸਮੱਸਿਆ ਨੂੰ ਦੇਖਦੇ ਹੋਏ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਹੁਣ ਅਸੀਂ ਵਿਆਜ ਦਰਾਂ ਦੇ ਵਿੱਚ ਵਾਧਾ ਕਰਨਾ ਹੈ। ਵਿਆਜ ਦਰਾਂ ਲਗਾਤਾਰ ਵੱਧ ਰਹੀਆਂ ਨੇ। ਪਿਛਲੀ 13 ਅਪ੍ਰੈਲ ਨੂੰ ਜਿਹੜੀਆਂ ਵਿਆਜ ਦਰਾਂ 1% ਦੇ ਉੱਤੇ ਆ ਕੇ ਖੜ ਗਈਆਂ ਸੀ ਤੇ ਹੁਣ 1.5% ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ 3% ਹੋ ਜਾਣ। ਹੁਣ ਮੌਰਗੇਜ ਬ੍ਰੋਕਰਸ ਦਾ ਤੇ ਹੋਰ ਆਮ ਲੋਕਾਂ ਦਾ ਇਸ ਤੇ ਕੀ ਰਿਐਕਸ਼ਨ ਹੈ, ਇਹ ਜਾਣਨ ਦੇ ਲਈ ਅੱਜ ਆਏ ਹਾਂ। ਆਓ ਜਾਣਦੇ ਹਾਂ। ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ 50% ਅੰਕਾਂ ਦਾ ਵਾਧਾ ਕਰ ਦਿੱਤਾ ਹੈ, ਯਾਨੀ ਵਿਆਜ ਦਰ 1% ਤੋਂ ਵੱਧ ਕੇ 1.5% ਹੋ ਗਈ ਹੈ। ਇਹ ਕਦਮ ਮੁਲਕ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਅਰਥਸ਼ਾਸਤਰੀਆਂ ਨੇ ਪਹਿਲਾਂ ਹੀ ਬੈਂਕ ਵਿਆਜ ਦਰਾਂ ਵਿੱਚ ਇਜ਼ਾਫਾ ਹੋਣ ਦੀ ਪੇਸ਼ੀਨਗੋਈ ਕੀਤੀ ਸੀ। 13 ਅਪ੍ਰੈਲ ਨੂੰ ਵੀ ਬੈਂਕ ਦੁਆਰਾ ਵਿਆਜ ਦਰਾਂ ਵਿੱਚ 50 ਅੰਕਾਂ ਦਾ ਵਾਧਾ ਕਰਕੇ ਇਸ ਨੂੰ 1% ਕਰ ਦਿੱਤਾ ਗਿਆ ਸੀ। ਕੈਨੇਡਾ ਵਿੱਚ ਇਸ ਸਮੇਂ ਮਹਿੰਗਾਈ ਦਰ ਕਈ ਦਹਾਕਿਆਂ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਖਾਣ ਪੀਣ ਦੀਆਂ ਵਸਤਾਂ, ਗੈਸ, ਘਰ, ਲਗਭਗ ਹਰੇਕ ਚੀਜ਼ ਦੀਆਂ ਕੀਮਤਾਂ ਹੀ ਅਸਮਾਨ ਛੂ ਰਹੀਆਂ ਹਨ। ਦੁਨੀਆ ਦੇ ਹੋਰ ਬਹੁਤ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਕੋਵਿਡ ਦੇ ਸਮੇਂ ਅਰਥਚਾਰੇ ਨੂੰ ਲੀਹ ਤੇ ਰੱਖਣ ਲਈ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕਾਫੀ ਕਟੌਤੀ ਕੀਤੀ ਗਈ ਸੀ, ਜਿਸ ਕਰਕੇ ਲੋਕਾਂ ਨੂੰ ਸਸਤਾ ਕਰਜ਼ ਉਪਲਬਧ ਹੋਇਆ ਅਤੇ ਨਤੀਜੇ ਵਜੋਂ ਮਹਿੰਗਾਈ ਰਿਕਾਰਡ ਪੱਧਰ ਤੱਕ ਵੱਧ ਗਈ। ਕੈਨੇਡਾ ਵਿੱਚ ਮੌਜੂਦਾ ਮਹਿੰਗਾਈ ਦਰ 6.8% ਹੈ। ਇਹ ਪਿਛਲੇ 3 ਦਹਾਕਿਆਂ ਵਿੱਚ ਹੋਈ ਸਭ ਤੋਂ ਵੱਧ ਮਹਿੰਗਾਈ ਹੈ। ਪਿਛਲੇ 1 ਸਾਲ ਦੌਰਾਨ ਹੀ ਫੂਡ ਦੀਆਂ ਕੀਮਤਾਂ ਵਿੱਚ 9.7% ਅਤੇ ਰਿਹਾਇਸ਼ ਦੀਆਂ ਕੀਮਤਾਂ ਵਿੱਚ 7.4% ਵਾਧਾ ਹੋ ਚੁੱਕਿਆ ਹੈ। ਬੈਂਕ ਨੇ ਇਹ ਸੰਕੇਤ ਵੀ ਦਿੱਤੇ ਹਨ, ਨੇੜਲੇ ਭਵਿੱਖ ਵਿੱਚ ਵਿਆਜ ਦਰਾਂ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਅੱਜ ਦੇ ਇਸ ਫੈਸਲੇ ਤੋਂ ਬਾਅਦ ਬੈਂਕ ਤੋਂ ਕਰਜ਼ ਲੈਣਾ, ਜਿਵੇਂ ਕਿ ਮੌਰਗੇਜ ਜਾਂ ਲਾਈਨ ਆਫ ਕ੍ਰੈਡਿਟ ਵਗੈਰਾ, ਸਭ ਕੁਝ ਮਹਿੰਗਾ ਹੋ ਜਾਵੇਗਾ। ਭਾਵੇਂ ਕਿ ਕਰਜ਼ਦਾਰਾਂ ਜਾਂ ਕਰਜ਼ਾ ਲੈਣ ਵਾਲਿਆਂ ਲਈ ਇਹ ਚੰਗੀ ਖਬਰ ਨਹੀਂ, ਪਰ ਇਹ ਸਮਝਣਾ ਬਹੁਤ ਮੁਸ਼ਕਿਲ ਨਹੀਂ ਹੈ ਕਿ ਬੈਂਕ ਇਹ ਫੈਸਲਾ ਲੈਣ ਲਈ ਕਿਉਂ ਮਜਬੂਰ ਹੈ। ਕੈਨੇਡਾ ਵਿੱਚ ਇਸ ਸਮੇਂ ਮਹਿੰਗਾਈ ਦਰ ਕਈ ਦਹਾਕਿਆਂ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਖਾਣ ਪੀਣ ਦੀਆਂ ਵਸਤਾਂ, ਗੈਸ, ਘਰ, ਲਗਭਗ ਹਰੇਕ ਚੀਜ਼ ਦੀਆਂ ਕੀਮਤਾਂ ਅਸਮਾਨ ਚੜ੍ਹ ਗਈਆਂ ਨੇ। ਕੋਵਿਡ ਦੇ ਸਮੇਂ ਅਰਥਚਾਰੇ ਨੂੰ ਲੀਹ ਉੱਤੇ ਰੱਖਣ ਲਈ ਵਿਆਜ ਦਰਾਂ ਵਿੱਚ ਕਾਫੀ ਕਟੌਤੀ ਕੀਤੀ ਗਈ ਸੀ ਤੇ ਵਿਆਜ ਦਰਾਂ 0.25% ਤੱਕ ਸੀ। ਕੈਨੇਡਾ ਵਿੱਚ ਮੌਜੂਦਾ ਮਹਿੰਗਾਈ ਦਰ 6.8% ਹੈ ਤੇ ਇਹ ਪਿਛਲੇ 3 ਦਹਾਕਿਆਂ ਵਿੱਚ ਹੋਈ ਸਭ ਤੋਂ ਵੱਧ ਮਹਿੰਗਾਈ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਤੇ ਦਬਾਅ ਜ਼ਰੂਰ ਪੈਦਾ ਹੋ ਰਿਹਾ ਹੈ। ਇੱਕ ਅਰਥਸ਼ਾਸਤਰੀ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਆਮ ਨਾਲੋਂ ਵੱਧ ਵਾਧਾ ਕੀਤਾ ਜਾਂਦਾ ਰਹੇਗਾ, ਜਦੋਂ ਤੱਕ ਵਿਆਜ ਦਰਾਂ ਤਕਰੀਬਨ 3% ਤੱਕ ਨਹੀਂ ਪਹੁੰਚ ਜਾਂਦੀਆਂ। 2008 ਦੇ ਵਿੱਤੀ ਸੰਕਟ ਤੋਂ ਬਾਅਦ ਵਿਆਜ ਦਰਾਂ ਇਸ ਪੱਧਰ ਤੱਕ ਨਹੀਂ ਪਹੁੰਚੀਆਂ। ਵਿਆਜ ਦਰ ਵਿੱਚ ਵਾਧਾ ਮੋਟੇ ਤੌਰ ਦੇ ਉੱਤੇ ਪੂਰੀ ਇਕਨੋਮੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇਗਾ, ਫਿਲਹਾਲ ਇਸ ਬਾਰੇ ਸਟੀਕ ਅਨੁਮਾਨ ਲਗਾਉਣੇ ਮੁਸ਼ਕਿਲ ਹਨ। ਪਰ ਇੱਕ ਗੱਲ ਤੈਅ ਹੈ ਕਿ ਵਿਆਜ ਦਰਾਂ ਵਿੱਚ ਵਾਧਾ ਮੁਲਕ ਦੀ ਹਾਊਸਿੰਗ ਮਾਰਕੀਟ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ। ਮਹਾਮਾਰੀ ਦੇ ਦੌਰਾਨ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਸਨ। ਮਾਰਚ ਵਿੱਚ ਵਿਆਜ ਦਰਾਂ ਵਿੱਚ ਪਹਿਲੇ ਵਾਧੇ ਤੋਂ ਬਾਅਦ ਹੀ ਕੀਮਤਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਸੀ। ਵਿਕਰੀ ਤੇ ਕੀਮਤਾਂ ਦੋਹਾਂ ਵਿੱਚ ਹੀ ਕਟੌਤੀ ਹੋਈ ਹੈ। ਫੈਬਰੂਅਰੀ ਦੇ ਵਿੱਚ ਇੱਕ ਘਰ ਦੀ ਔਸਤ ਕੀਮਤ ਰਿਕਾਰਡ $8,16,000 ਦਰਜ ਕੀਤੀ ਗਈ ਸੀ, ਜਦਕਿ ਅਪ੍ਰੈਲ ਵਿੱਚ ਇਹ ਔਸਤ ਘਟ ਕੇ $7,46,000 ਦਰਜ ਕੀਤੀ ਗਈ। ਮਈ ਦੇ ਆਉਣ ਵਾਲੇ ਅੰਕੜਿਆਂ ਵਿੱਚ ਵੀ ਇਹੀ ਰੁਝਾਨ ਜਾਰੀ ਰਹਿਣ ਦੀ ਉਮੀਦ ਹੈ। ਮੌਰਗੇਜ ਬ੍ਰੋਕਰ ਨੇ ਦੱਸਿਆ ਕਿ ਵਿਆਜ ਦਰਾਂ ਵਿੱਚ ਵਾਧੇ ਕਰਕੇ ਘਰਾਂ ਦੇ ਖਰੀਦਦਾਰ ਪਿੱਛੇ ਹਟ ਰਹੇ ਹਨ ਅਤੇ ਜਿਹੜੇ ਘਰ ਖਰੀਦਣਾ ਚਾਹੁੰਦੇ ਵੀ ਹਨ, ਉਹਨਾਂ ਨੂੰ ਆਪਣੀ ਖਰੀਦ ਸ਼ਕਤੀ ਘਟਦੀ ਨਜ਼ਰ ਆ ਰਹੀ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਕੀਤੇ ਜਾਣ ਤੋਂ ਬਾਅਦ ਮੌਰਗੇਜ ਦੀ ਪੁੱਛਗਿੱਛ ਕਰਨ ਵਾਲਿਆਂ ਵਿੱਚ ਕਮੀ ਆਈ ਹੈ। ਘਰ ਖਰੀਦਣ ਲਈ ਮੌਰਗੇਜ ਮਨਜ਼ੂਰ ਕਰਵਾਉਣ ਲਈ ਖਰੀਦਦਾਰ ਨੂੰ ਆਪਣੇ ਵਿੱਤ ਦਾ ਸਟ੍ਰੈਸ ਟੈਸਟ ਕਰਵਾਉਣਾ ਪੈਂਦਾ ਹੈ, ਯਾਨੀ ਕਿ ਖਰੀਦਦਾਰ ਵਿਆਜ ਦਰਾਂ ਨੂੰ ਕਿੰਨਾ ਕੁ ਝੱਲ ਸਕਦਾ ਹੈ। ਵਿਆਜ ਦਰ ਵਿੱਚ ਮਾਮੂਲੀ ਵਾਧਾ ਬਹੁਤ ਸਾਰੇ ਨਵੇਂ ਖਰੀਦਦਾਰਾਂ ਲਈ ਮਾਪਦੰਡ ਨੂੰ ਉੱਚਾ ਕਰ ਦਿੰਦਾ ਹੈ, ਜਿਸ ਕਰਕੇ ਉਹ ਜਾਂ ਤਾਂ ਹੋਰ ਕਿਫਾਇਤੀ ਘਰ ਖਰੀਦਣ ਲਈ ਮਜਬੂਰ ਹੁੰਦੇ ਨੇ ਤੇ ਜਾਂ ਫਿਰ ਉਹਨਾਂ ਕੋਲ ਘਰ ਖਰੀਦਣ ਲਈ ਕੁਝ ਹੋਰ ਸਮਾਂ ਉਡੀਕ ਕਰਨ ਦਾ ਵਿਕਲਪ ਬਚਦਾ ਹੈ। ਫਿਲਹਾਲ ਜ਼ਿਆਦਾਤਰ ਖਰੀਦਦਾਰਾਂ ਦਾ ਮੌਰਗੇਜ ਸਟ੍ਰੈਸ ਟੈਸਟ ਮੌਰਗੇਜ ਰੇਟਾਂ ਨੂੰ 5.25% ਮੰਨ ਕੇ ਕੀਤਾ ਜਾਂਦਾ ਹੈ। ਅਸਲ ਵਿਆਜ ਦਰਾਂ ਦੇ ਮੁਕਾਬਲੇ ਇੱਕ ਪੱਧਰ ਕਾਫੀ ਜ਼ਿਆਦਾ ਹੈ, ਪਰ
ਜਦੋਂ ਅਸਲ ਵਿਆਜ ਦਰ ਵਿੱਚ ਵਾਧਾ ਹੋਵੇਗਾ ਤਾਂ ਸਟ੍ਰੈਸ ਟੈਸਟ ਦੇ ਮੌਜੂਦਾ ਪੱਧਰ ਵਿੱਚ ਵੀ ਵਾਧਾ ਹੋਵੇਗਾ, ਜਿਸ ਕਰਕੇ ਕਈ ਖਰੀਦਦਾਰਾਂ ਦੇ ਕੋਲ ਫਿਲਹਾਲ ਘਰ ਨਾ ਖਰੀਦਣ ਦਾ ਹੀ ਵਿਕਲਪ ਬਚੇਗਾ। ਬੈਂਕ ਦੀਆਂ ਮਾਰਗੇਜ ਹੋਰ ਕਿੰਨਾ ਵਧਦੀਆਂ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। 13 ਅਪ੍ਰੈਲ ਨੂੰ ਬੈਂਕ ਆਫ ਕੈਨੇਡਾ ਨੇ ਵਿਆਜ ਦੀਆਂ ਦਰਾਂ 1% ਕਰ ਦਿੱਤੀਆਂ ਸੀ ਤੇ ਅੱਜ ਫਿਰ ਵਿਆਜ ਦੀਆਂ ਦਰਾਂ ਨੂੰ 0.5% ਵਧਾ ਦਿੱਤਾ ਗਿਆ। ਸੋ 1.5% ਵਿਆਜ ਦਰਾਂ ਹੋ ਗਈਆਂ ਨੇ ਬੈਂਕ ਆਫ ਕੈਨੇਡਾ ਦੇ ਵੱਲੋਂ ਕੀਤੀਆਂ ਗਈਆਂ। ਹੁਣ ਵਿਆਜ ਦਰਾਂ ਦਾ ਹਾਊਸਿੰਗ ਇੰਡਸਟਰੀ ਦੇ ਉੱਤੇ ਬੈਂਕ ਆਫ ਕੈਨੇਡਾ ਦੇ ਵਿੱਚ ਜਦੋਂ ਅਸੀਂ ਲੋਨ ਲੈਂਦੇ ਹਾਂ, ਲਾਈਨ ਆਫ ਕ੍ਰੈਡਿਟ ਲੈਣਾ, ਕਿੰਨਾ ਕੁ ਔਖਾ ਹੋ ਗਿਆ? ਡੈਫੀਨੇਟਲੀ ਜਿਵੇਂ ਵਿਆਜ ਵੱਧਦਾ ਹੈ, ਬੈਂਕ ਆਫ ਕੈਨੇਡਾ ਨੇ 0.5% ਹੋਰ ਚੱਕਿਆ, 3.2 ਤੋਂ 3.7 ਤੇ ਜਿਹੜਾ ਕੀ ਆ ਇੰਟਰਸਟ ਰੇਟ ਬਣ ਗਿਆ ਕੈਨੇਡਾ ਦਾ। ਜਿਨ੍ਹਾਂ ਨੇ ਪਹਿਲੀ ਵਾਰ ਕਰ ਲੈਣਾ ਉਹਨਾਂ ਲਈ ਡੈਫੀਨੇਟਲੀ ਮੁਸ਼ਕਿਲ ਹੋਏਗੀ। ਔਰ ਜੇ ਆਪਾਂ ਗੱਲ ਕਰਦੇ ਹਾਂ ਲੋਅਰ ਮੇਨਲੈਂਡ ਜਾਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਪ੍ਰਾਈਸਾਂ ਇੰਨੀਆਂ ਕੁ ਵੱਧ ਚੁੱਕੀਆਂ ਨੇ ਕਿ ਘਰ ਕਾਫੀ ਮਹਿੰਗੇ ਨੇ, ਟਾਊਨ ਹਾਊਸ ਮਹਿੰਗੇ ਨੇ, ਕੌਂਡੋਜ਼ ਮਹਿੰਗੇ ਨੇ। ਛੋਟੀ ਤੋਂ ਛੋਟੀ ਤੁਸੀਂ ਪ੍ਰਾਪਰਟੀ ਵੀ ਲੈਣੀ ਹੈ ਉਹਦੀ ਕੁਆਲੀਫਿਕੇਸ਼ਨ ਕਾਫੀ ਮੁਸ਼ਕਿਲ ਹੁੰਦੀ ਹੈ। ਆਲਰੇਡੀ ਕੂਲ ਡਾਊਨ ਚੱਲ ਰਿਹਾ ਸੀ ਮਾਰਕੀਟ ਦੇ ਵਿੱਚ, ਬਾਇਰਸ ਮਾਰਕੀਟ ਬਣੀ ਹੋਈ ਸੀਗੀ। ਇਸ ਕਰਕੇ ਥੋੜ੍ਹੀ ਦੇਰ, ਕਿਉਂਕਿ ਸਾਡੇ ਲੋਕ ਜਿਹੜੇ ਨੇ ਨਾ ਜੀ ਉਹ ਮਾਰਕੀਟ ਦੇ ਟ੍ਰੈਂਡ ਨਾਲ ਫਟਾਫਟ ਬਦਲ ਜਾਂਦੇ ਨੇ। ਜੇ ਲੱਗ ਰਿਹਾ ਕਿ ਮਾਰਕੀਟ ਥੋੜ੍ਹੀ ਜਿਹੀ ਸਲੋ ਡਾਊਨ ਹੋਈ ਆ, ਸਾਰੇ ਬਾਇਰ ਰੁਕ ਜਾਂਦੇ ਨੇ। ਅਤੇ ਜਦੋਂ ਲੱਗਦਾ ਵੀ ਕਿਤੇ ਮਾਰਕੀਟ ਤੇਜ਼ ਹੋ ਗਈ, ਸਾਰੇ ਇੱਕ ਪ੍ਰਾਪਰਟੀ ਦੇ 10-10 ਵਾਰ ਕਹਿ ਲਓ ਵੀ ਮਲਟੀਪਲ ਆਫਰਸ ਦੇਣ ਲੱਗ ਪੈਂਦੇ ਨੇ। ਕੁਛ ਇਸ ਤਰ੍ਹਾਂ ਦਾ ਸਾਡੇ ਲੋਕਾਂ ਦਾ ਰੁਝਾਨ ਹੈ। ਮੁਸ਼ਕਿਲ ਹੋਏਗੀ, ਪਰ ਉਹਦੇ ਨਾਲ ਇੱਕ ਅੱਛੀ ਗੱਲ ਇਹ ਵੀ ਹੋਏਗੀ ਕਿ ਬਾਇਰਸ ਮਾਰਕੀਟ ਜਿਹੜੀ ਆ ਹੋਰ ਵੀ ਇਹਨੂੰ ਹੁੰਗਾਰਾ ਪਰ ਮਿਲੇਗਾ। ਜਿਹੜੇ ਲੋਕ ਆਪਣਾ ਘਰ ਵੇਚਣਾ ਚਾਹੁੰਦੇ ਨੇ, ਬਾਇਰਸ ਘੱਟ ਹੋਣਗੇ, ਇਸ ਕਰਕੇ ਉਹਨਾਂ ਨੂੰ ਨੈਗੋਸ਼ੀਏਟ ਕਰਕੇ ਗੁੱਡ ਪ੍ਰਾਈਸ 'ਤੇ ਘਰ ਵੇਚਣਾ ਪਏਗਾ। ਔਰ ਜਿਹੜੇ ਬਾਇਰਸ ਨੇ ਉਹ ਨੈਗੋਸ਼ੀਏਟ ਕਰਕੇ ਅੱਛੀ ਪ੍ਰਾਈਸ 'ਤੇ ਘਰ ਲੈ ਸਕਣਗੇ ਜੀ। ਲਗਭਗ 2 ਸਾਲ 0.25 ਤੇ ਇੰਟਰਸਟ ਰੇਟ ਰਹੇ ਆ ਤੇ ਬੈਂਕ ਆਫ ਕੈਨੇਡਾ ਨੇ 0.5% ਹੋਰ ਵਧਾ ਦਿੱਤਾ। ਸੋ 1.5% ਇੰਟਰਸਟ ਰੇਟ ਹੋ ਗਿਆ। ਆਮ ਲੋਕਾਂ 'ਤੇ ਤੁਹਾਨੂੰ ਕੀ ਲੱਗਦਾ ਕੀ ਅਸਰ ਹੋਏਗਾ? ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਅਸਰ ਪੈ ਰਿਹਾ, ਬਿਕੋਜ਼ ਇੰਨੀ ਜਲਦੀ ਜਿਹੜਾ ਰੇਟ ਵੱਧ ਰਿਹਾ ਹੈ ਉਹਦੇ ਕਾਰਨ ਜਿਹੜਾ ਹਾਊਸ ਹੋਲਡ ਬਜਟ ਹੈ ਉਹ ਡੈਫੀਨੇਟਲੀ ਇਫੈਕਟ ਹੋਣ ਵਾਲਾ ਹੈ। ਅਤੇ ਫਸਟ ਟਾਈਮ ਹੋਮ ਬਾਇਰਸ ਨੂੰ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ, ਬਿਕੋਜ਼ ਦੇ ਵੋਂਟ ਈਵਨ ਕੁਆਲੀਫਾਈ ਫॉर द ਮੌਰਗੇਜ। ਸੋ ਬੈਂਕ ਆਫ ਕੈਨੇਡਾ ਇਹ ਕਹਿ ਰਿਹਾ ਕਿ ਇਨਫਲੇਸ਼ਨ ਵੱਧ ਰਹੀ ਹੈ, ਅਸੀਂ ਰੇਟ ਇੰਕਰੀਜ਼ ਕਰ ਰਹੇ ਹਾਂ, ਬਟ ਮੈਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਪਰੇਸ਼ਾਨੀ ਵਧਣ ਵਾਲੀ ਹੈ ਲੋਕਾਂ ਨੂੰ ਆਉਣ ਵਾਲੇ ਟਾਈਮ 'ਤੇ। ਜੀ ਮੰਨ ਲਓ 3% ਤੇ ਤੱਕ ਚੱਲ ਜਾਂਦਾ, ਕਿਉਂਕਿ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ 'ਚ 3% ਹੋ ਜਾਊਗਾ, ਤੁਹਾਨੂੰ ਲੱਗਦਾ ਕਿ ਹਾਲ ਹੋਰ ਖਰਾਬ ਹੋ ਜਾਊਗਾ? ਮੈਨੂੰ ਲੱਗਦਾ BC ਵਿੱਚ ਤਾਂ ਬਹੁਤ ਜ਼ਿਆਦਾ ਇਫੈਕਟ ਪਏਗਾ, ਕਿਉਂਕਿ ਇੱਥੇ ਸਭ ਕੁਝ ਹਾਊਸਿੰਗ ਇੰਡਸਟਰੀ ਹੈ। ਸੋ ਮੌਰਗੇਜ ਬ੍ਰੋਕਰਸ, ਈਵਨ ਤੁਹਾਡੇ ਰੀਅਲਟਰਸ ਔਰ ਸਾਰੀ ਕੰਸਟਰਕਸ਼ਨ ਨੂੰ ਇਫੈਕਟ ਪਏਗਾ। ਆਲਰੇਡੀ ਇਹਦਾ ਇਫੈਕਟ ਪੈ ਰਿਹਾ, ਹੋਰ ਜ਼ਿਆਦਾ ਪੈਣ ਵਾਲਾ ਹੁਣ। ਇੰਟਰਸਟ ਰੇਟ ਵੱਧ ਗਏ ਹੈਗੇ ਨੇ, 1.5% ਜਿਹੜਾ ਇੰਟਰਸਟ ਰੇਟ ਹੋ ਗਿਆ ਤੇ ਕਿੱਥੇ 0.25 ਸੀ। ਹੋਮ ਓਨਰਸ 'ਤੇ ਕਿੰਨਾ ਕੁ ਅਸਰ ਪੈ ਰਿਹਾ? ਕਿਉਂਕਿ ਕੈਨੇਡਾ ਦੀ ਗਵਰਨਮੈਂਟ ਜਾਂ ਬੈਂਕ ਆਫ ਕੈਨੇਡਾ ਉਹ ਕਹਿ ਰਹੇ ਆ ਕਿ ਮਹਿੰਗਾਈ ਘੱਟ ਕਰਨ ਦੇ ਲਈ ਅਸੀਂ ਪ੍ਰਾਈਜ਼ਾਂ ਜਿਹੜੀਆਂ ਇੰਟਰਸਟ ਰੇਟ ਆ ਵਧਾ ਰਹੇ ਹਾਂ, ਕੀ ਕਹੋਗੇ? ਦੇਖੋ ਜੀ, ਇੰਟਰਸਟ ਰੇਟ ਵਧਣ ਨਾਲ ਓਬਵੀਅਸਲੀ ਹਰੇਕ ਜਿਹੜਾ ਵੀ ਹੋਮ ਬਾਇਰ ਆ ਜਾਂ ਜਿਹਨੇ ਵੀ ਘਰ ਪਹਿਲਾਂ ਲਏ ਹੋਏ ਆ, ਹਰੇਕ 'ਤੇ ਇਫੈਕਟ ਹੁੰਦਾ ਇਹਦਾ। ਬਿਕੋਜ਼ ਪਹਿਲਾਂ ਤਾਂ ਪੇਮੈਂਟਸ ਵੱਧ ਜਾਣੀਆਂ ਨੇ ਇਹਦੇ ਨਾਲ, ਅਤੇ ਜਿਨ੍ਹਾਂ ਨੇ ਨਵਾਂ ਵੀ ਘਰ ਲੈਣਾ, ਫਸਟ ਟਾਈਮ ਘਰ ਬਾਏ ਕਰਨਾ, ਉਹਨਾਂ ਤੋਂ ਮੋਰਗੇਜ ਲਈ ਕੁਆਲੀਫਾਈ ਨਹੀਂ ਹੋਣਾ। ਕਿਤੇ ਉਹਨਾਂ ਦੀ ਪੇਮੈਂਟ ਜੇ 1000 ਬਣਨੀ ਸੀ, ਹੁਣ 1400 ਜਾ ਕੇ ਬਣਨੀ ਆ। ਸੋ ਇਹਦੇ 'ਤੇ ਹਰ ਇੱਕ ਬੰਦੇ 'ਤੇ ਇਫੈਕਟ ਹੁੰਦਾ। ਅਤੇ ਦੂਜੀ ਗੱਲ ਮੈਨੂੰ ਇਹ ਲੱਗਦੀ ਆ ਵੀ ਗਵਰਨਮੈਂਟ ਦੀ ਨੀਅਤ ਠੀਕ ਆ, ਪਰ ਨੀਤੀ ਠੀਕ ਨਹੀਂ ਹੈਗੀ। ਮਤਲਬ ਉਹਨਾਂ ਦੀਆਂ ਪੋਲਿਸੀਜ਼, ਮੈਨੂੰ ਨਹੀਂ ਲੱਗਦਾ ਵੀ ਇੰਟਰਸਟ ਰੇਟ ਵਧਾਉਣ ਨਾਲ ਕੋਈ ਉਹਨਾਂ ਨੂੰ ਘਰਾਂ ਦੀ ਜਿਹੜੀ ਉਹ ਕਹਿੰਦੇ ਆ ਵੀ ਰੇਟ ਥੱਲੇ ਆ ਜਾਣਗੇ। ਘਰਾਂ ਦੀ ਮਾਰਕੀਟ ਸਲੋ ਹੋ ਸਕਦੀ ਆ, ਪਰ ਪ੍ਰਾਈਸਾਂ ਉੱਥੇ ਖੜ ਜਾਂਦੀਆਂ ਨੇ। ਅਤੇ ਉਹੀ ਆ, ਜੇ ਇੰਟਰਸਟ ਰੇਟ ਵਧਣਗੇ ਉਹਨੇ ਘੱਟ ਬਾਇਰ ਹੋਣਗੇ, ਕੁਆਲੀਫਾਈ ਨਹੀਂ ਕਰ ਪਾਉਣਗੇ ਮੋਰਗੇਜ ਲਈ। ਸੋ ਇਹ ਤਾਂ ਸੇਮ ਹੀ ਗੱਲ ਆ। ਇਸ ਤੋਂ ਬੈਟਰ ਕੋਈ ਪੋਲਿਸੀਜ਼ ਇਹ ਲੈ ਕੇ ਆਉਣੀਆਂ ਚਾਹੀਦੀਆਂ ਸੀਗੀ ਵੀ ਲੋਕ ਘਰ ਮੋਰਗੇਜ ਲਈ ਕੁਆਲੀਫਾਈ ਵੀ ਕਰ ਸਕਣ ਅਤੇ ਪ੍ਰਾਈਸਾਂ ਵੀ ਠੀਕ ਰਹਿਣ, ਪਰ ਉੱਦਾਂ ਦੀ ਗਵਰਨਮੈਂਟ ਕੋਲ ਕੋਈ ਪੋਲਿਸੀ ਨਹੀਂ ਹੈ। ਇੰਟਰਸਟ ਰੇਟ ਅੱਜ ਵੱਧ ਗਏ ਨੇ, 1.5% ਤੱਕ ਜਿਹੜੇ ਪਹੁੰਚ ਗਏ ਨੇ, ਤੁਹਾਨੂੰ ਕੀ ਲੱਗਦਾ ਕਿ ਕੀ ਅਸਰ ਹੋਊਗਾ ਆਮ ਲੋਕਾਂ 'ਤੇ? ਦੇਖੋ ਜੀ, ਇਹਦਾ ਆਮ ਲੋਕਾਂ 'ਤੇ ਅਸਰ ਤਾਂ ਜ਼ਰੂਰ ਹੋਊਗਾ, ਬਿਕੋਜ਼ ਜਿੱਦਾਂ ਹੁਣ ਮੈਂ ਫਸਟ ਹੋਮ ਬਾਇਰ ਹੋਣਾ ਸੀ, ਬਟ ਮੈਨੂੰ ਹੁਣ ਲੱਗਦਾ ਵੀ ਮੈਨੂੰ ਆਪ ਦਾ ਡਿਸੀਜ਼ਨ ਫਿਰ ਰਿਵਾਈਜ਼ ਕਰਨਾ ਪਊਗਾ। ਅਤੇ ਕਿਉਂਕਿ ਮੇਰੀ ਮੌਰਗੇਜ ਵੀ ਹਾਰਡ ਹੋਊਗੀ, ਅਤੇ ਹੁਣ ਉਹਦੇ ਨਾਲ ਮੌਰਗੇਜ ਤਾਂ ਚਲੋ ਹੋ ਵੀ ਜਾਊਗੀ, ਫਿਰ ਮੇਰੀ ਇੰਸਟਾਲਮੈਂਟ ਵੱਡੀ ਹੋ ਜਾਊਗੀ। ਸੋ ਮੇਰੇ 'ਤੇ ਮੈਨੂੰ ਪਤਾ ਵੀ ਇੱਕ ਸਪੈਸ਼ਲ ਬਰਡਨ ਨਵੀਂ ਪੈਣੀ ਆ। ਸੋ ਮੈਂ ਇਹਨੂੰ ਫਿਰ ਰਿਵਾਈਜ਼ ਕਰੂੰਗਾ ਔਰ ਸੋਚੂੰਗਾ ਵੀ ਇਹਦਾ ਕੀ ਕਰਨਾ ਜਾਂ ਕਿੱਦਾਂ ਹੋਣਾ ਆ। ਹਾਂਜੀ, ਬਿਲਕੁਲ। ਅਤੇ ਸਰਕਾਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਅਸੀਂ ਜਿਹੜੀ ਮਹਿੰਗਾਈ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਖਾਸ ਕਰਕੇ ਘਰਾਂ ਨੂੰ ਲੈ ਕੇ। ਤੁਹਾਨੂੰ ਕੀ ਲੱਗਦਾ ਘੱਟ ਹੋਊਗੀ? ਨਹੀਂ ਜੀ, ਇੱਦਾਂ ਨਹੀਂ ਮਹਿੰਗਾਈ ਘੱਟ ਹੋਣੀ। ਇਹਦੇ ਵਾਸਤੇ ਗੌਰਮੈਂਟ ਨੂੰ ਸੋਲਿਊਸ਼ਨਸ ਹੋਰ ਚਾਹੀਦੇ ਆ, ਲਾਈਕ ਅਫੋਰਡੇਬਲ ਹਾਊਸਿੰਗ ਹੋਵੇ, ਘਰ ਸਸਤੇ ਹੋਣ, ਫੀਜ਼ੀਬਲ ਹੋਣ। ਜੇ ਅੱਜ ਦੀ ਰੇਟ 'ਚ ਲੋਅਰ ਮੇਨਲੈਂਡ 'ਚ ਘਰ ਫੀਜ਼ੀਬਲ ਹੀ ਨਹੀਂ ਹੈਗਾ, ਸਪੈਸ਼ਲੀ ਫੋਰ ਲਾਈਕ ਨਿਊ ਹੋਮ ਬਾਇਰ। ਫੀਜ਼ੀਬਲ ਹੋਣ, ਘਰ ਸਸਤੇ ਹੋਣ। ਮੋਰਗੇਜ ਨਾਲ ਕੀ ਹੋਏਗਾ? ਮੋਰਗੇਜ ਨਾਲ ਗੌਰਮੈਂਟ ਨੂੰ ਬੈਨੀਫਿਟ ਹੋ ਸਕਦਾ, ਪਰ ਲਾਈਕ ਬੀਇੰਗ ਅ ਟ੍ਰੇਡਮੈਨ ਔਰ ਅ ਨਿਊ ਪਰਸਨ ਇਨ ਦਿਸ ਕੰਟਰੀ, ਉਹਨਾਂ ਲਈ ਤਾਂ ਬਹੁਤ ਹਾਰਡ ਆ। ਔਰ ਮੈਨੂੰ ਲੱਗਦਾ ਵੀ ਇਹ ਜੋ ਕਰ ਰਹੇ ਆ ਇਹਦੇ ਨਾਲ ਤਾਂ ਗਾਹਾਂ ਕੰਸਟਰਕਸ਼ਨ ਇੰਡਸਟਰੀ ਨੂੰ ਵੀ ਕਾਫੀ ਫਰਕ ਪਊਗਾ।
ਹਾਂਜੀ। ਸੋ ਇੰਟਰਸਟ ਰੇਟ ਵੱਧ ਗਏ ਨੇ ਕੈਨੇਡਾ ਦੇ ਵਿੱਚ, ਤੁਹਾਨੂੰ ਕੀ ਲੱਗਦਾ ਆਮ ਲੋਕਾਂ ਤੇ ਕੀ ਅਸਰ ਹੋਊਗਾ? ਸਭ ਤੋਂ ਜਿਹੜਾ ਕਈ ਸਾਲਾਂ ਤੋਂ ਜੋ ਪ੍ਰੋਬਲਮ ਚੱਲ ਰਹੀ ਸੀ ਇੱਥੇ, ਜੋ ਸਾਡੇ ਰੀਅਲ ਸਟੇਟ ਦੇ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਸੀ, ਆਮ ਆਦਮੀ ਵਾਸਤੇ ਬੜਾ ਮੁਸ਼ਕਿਲ ਸੀ ਖਰੀਦਣਾ ਰੀਅਲ ਸਟੇਟ ਦਾ, ਕਿਉਂਕਿ ਇਤਨੇ ਰੇਟ ਵੱਧ ਗਏ ਨੇ ਮਕਾਨਾਂ ਦੇ। ਉਹ ਇੰਟਰਸਟ ਰੇਟ ਬਹੁਤ ਲੋ ਸੀ ਅਤੇ ਬੜਾ ਸੇਲ ਜ਼ਿਆਦਾ ਸੀ ਅਤੇ ਬੜਾ ਮੁਸ਼ਕਿਲ ਹੋ ਜਾਂਦਾ ਸੀ। ਜਿਹੜੇ ਮੀਆਂ ਬੀਬੀ ਦੋਨੋਂ ਵੀ ਕਮਾਉਂਦੇ ਸੀ ਉਹ ਵੀ ਪਰਚੇਜ਼ ਨਹੀਂ ਕਰ ਸਕਦੇ ਸੀ। ਲੇਕਿਨ ਹੁਣ ਹੌਲੀ ਹੌਲੀ ਜਿਸ ਤਰ੍ਹਾਂ ਇੰਟਰਸਟ ਰੇਟ ਹੁਣ ਵਧੇਗਾ, ਫਿਰ ਕਹਿੰਦੇ ਨੇ ਸੈਪਟੰਬਰ 'ਚ ਫਿਰ ਵਧੇਗਾ, ਅਤੇ ਉਸ ਹਿਸਾਬ ਨਾਲ ਹੁਣ ਇੱਕਦਮ ਜਿਹੜਾ ਹੈਗਾ ਰੀਅਲ ਸਟੇਟ ਦਾ ਉਹਦੀ ਕਾਸਟ ਘੱਟ ਹੋ ਜਾਏਗੀ, ਲੋਕੀ ਮਕਾਨ ਖਰੀਦ ਸਕਣਗੇ, ਬਿਜ਼ਨਸ ਚਲਾ ਸਕਣਗੇ, ਉਹਦੇ ਨਾਲ ਥੋੜ੍ਹਾ ਅਫੋਰਡੇਬਿਲਿਟੀ ਵੱਧ ਜਾਏਗੀ, ਕਿਉਂਕਿ ਜ਼ਿਆਦਾ ਫਿਰ ਮਕਾਨ ਨਹੀਂ ਵਿਕਣਗੇ ਅਤੇ ਮਿਲਣਗੇ ਜ਼ਿਆਦਾ ਅਤੇ ਰੇਟ ਘੱਟ ਹੋਣਗੇ, ਅਤੇ ਜਿਹੜੇ ਆਮ ਆਦਮੀ ਉਹ ਵਿਚਾਰੇ ਥੋੜ੍ਹਾ ਬਹੁਤ ਲੈ ਸਕਦੇ ਨੇ ਆਪਣੇ ਵਾਸਤੇ, ਆਪਣੇ ਰਹਿਣ ਵਾਸਤੇ ਮਕਾਨ। ਅਸੀਂ ਦੇਖਿਆ ਕਿ ਮਿਕਸਡ ਰਿਐਕਸ਼ਨਸ ਦੇਖਣ ਨੂੰ ਮਿਲ ਰਹੇ ਨੇ। ਜਿਹੜੇ ਅਜੇ ਘਰ ਲੈਣਾ ਚਾਹੁੰਦੇ ਸੀ ਉਹ ਕਹਿੰਦੇ ਆ ਕਿ ਸਾਨੂੰ ਆਪਣੇ ਘਰ ਲੈਣ ਨੂੰ ਜਿਹੜਾ ਉਹ ਦੁਬਾਰਾ ਸੋਚਣਾ ਪੈਣਾ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਪੈਸੇ ਇਨਵੈਸਟ ਕਰ ਸਕਦੇ ਹਾਂ, ਕਿਸ ਤਰ੍ਹਾਂ ਦੇ ਨਾਲ ਸਾਡੇ ਕੋਲ ਡਾਊਨ ਪੇਮੈਂਟ ਹੈਗੀ ਹੈ। ਜਿਨ੍ਹਾਂ ਨੇ ਆਲਰੇਡੀ ਨਵਾਂ ਘਰ ਲਿਆ ਉਹ ਕਹਿੰਦੇ ਆ ਕਿ ਸਾਡੀਆਂ ਵਿਆਜ ਦਰਾਂ ਵੱਧ ਗਈਆਂ ਨੇ, ਕਈਆਂ ਨੇ ਵੇਰੀਏਬਲ ਲਈ ਹੈ, ਕਈਆਂ ਨੇ ਫਿਕਸਡ ਲਈ ਹੈ। ਜਿਨ੍ਹਾਂ ਨੇ ਫਿਕਸਡ ਲਈ ਹੈ ਉਹਨਾਂ 'ਤੇ ਕੋਈ ਅਸਰ ਨਹੀਂ, ਪਰ ਜਿਨ੍ਹਾਂ ਦੀ ਵੇਰੀਏਬਲ ਹੈ ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਨੇ ਉਹ ਵੱਧ ਗਈਆਂ ਨੇ। ਮੌਰਗੇਜ ਬ੍ਰੋਕਰ ਕਹਿੰਦੇ ਨੇ ਇਫੈਕਟ ਤਾਂ ਪਊਗਾ, ਪਰ ਕਿਸ ਤਰ੍ਹਾਂ ਦੇ ਨਾਲ ਪਊਗਾ ਇਹ ਸਮੇਂ ਦੇ ਨਾਲ ਪਤਾ ਲੱਗੂਗਾ। ਪਰ ਫਿਲਹਾਲ ਰੀਅਲ ਸਟੇਟ ਮਾਰਕੀਟ ਉਹ ਰਿਲੈਕਸ ਨਜ਼ਰ ਆ ਰਹੀ ਹੈ, ਠੰਡੀ ਨਜ਼ਰ ਆ ਰਹੀ ਹੈ, ਬਾਇਰਸ ਮਾਰਕੀਟ ਦੱਸਿਆ ਜਾ ਰਿਹਾ। ਪਰ ਹੁਣ ਅਫੋਰਡੇਬਿਲਟੀ ਦਾ ਮੁੱਦਾ ਸਿਰਫ ਘਰਾਂ ਨੂੰ ਲੈ ਕੇ ਨਹੀਂ, ਇਹ ਗਰੋਸਰੀ ਨੂੰ ਲੈ ਕੇ ਵੀ ਹੈ, ਕਾਰਾਂ ਨੂੰ ਲੈ ਕੇ ਵੀ ਹੈ, ਅਤੇ ਹੋਰ ਸਾਰੀਆਂ ਚੀਜ਼ਾਂ ਨੂੰ, ਵਸਤੂਆਂ ਨੂੰ ਲੈ ਕੇ ਹੈ। ਹੁਣ ਇਹ ਕਿਸ ਤਰ੍ਹਾਂ ਦੀ ਮਹਿੰਗਾਈ ਆਉਂਦੀ ਹੈ, ਕਿਸ ਤਰ੍ਹਾਂ ਦੇ ਨਾਲ ਅੱਗੇ ਵਿਆਜ ਦਰਾਂ ਵੱਧਦੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਸਾਂਝਾ TV।